ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋ ਜਨਮ ਹੈ ਇਹ ਚੂਨਾ ਮੰਡੀ ਲਾਹੌਰ ਵਿਖੇ ਮਾਤਾ ਦਇਆ ਕੌਰ ਜੀ ਅਤੇ ਪਿਤਾ ਹਰਦਾਸ ਜੀ ਦੇ ਗ੍ਰਹਿ ਵਿਖੇ ਹੋਇਆ, ਜਿਨ੍ਹਾਂ ਦੇ ਪਿਛਲੇ ਜਨਮਾਂ ਦੀ ਕੋਈ ਭਗਤੀ ਸੀ। ਤਾਂ ਕਰਕੇ ਗੁਰੂ ਰਾਮਦਾਸ ਮਹਾਰਾਜ ਆਪ ਜੀ ਧੁਰ ਦਰਗਾਹ ਤੋਂ ਬਖਸ਼ੀ ਹੋਈ ਰੂਹ ਸੀ ਤੇ ਇਸ ਗ੍ਰਹਿ ਦੇ ਵਿੱਚ ਆਪ ਜੀ ਨੇ ਅਵਤਾਰ ਧਾਰਨ ਕੀਤਾ, ਕਿਉਂਕਿ ਇਹ ਗੁਰੂਆਂ ਦੀਆਂ ਜੋ ਭਗਤੀ ਹੈ ਇਹ ਬਹੁਤ ਹੀ ਪੁਰਾਤਨ ਬੰਦਗੀ ਹੁੰਦੀ ਹੈ। ਫਿਰ ਇਹ ਰੂਹਾਂ ਜਿਹੜੀਆਂ ਹਨ ਉਹ ਅਵਤਾਰ ਧਾਰਨ ਕਰਦੀਆਂ ਹਨ। ਇਸੇ ਤਰ੍ਹਾਂ ਹੀ ਭਾਵੇਂ ਕੋਈ ਬ੍ਰਹਮ ਗਿਆਨੀ ਸਾਧੂ ਹੈ, ਉਸ ਦੀ ਵੀ ਪਿੱਛੇ 100 ਜਨਮ ਦੀ ਭਗਤੀ ਹੈ। ਫਿਰ ਇਸ ਜਨਮ ਵਿੱਚ ਆਣ ਕੇ ਉਸ ਨੂੰ ਤਿੰਨਾਂ ਲੋਕਾਂ ਦੀ ਸੋਝੀ ਬ੍ਰਹਮ ਗਿਆਨ ਹੁੰਦਾ ਹੈ। ਇਹ ਕੋਈ ਖੇਡ ਨਹੀਂ ਹੁੰਦੀ। ਸੋ ਸਤਿਗੁਰ ਮਹਾਰਾਜ ਦੇ ਮਾਤਾ ਪਿਤਾ ਜੋ ਸਨ, ਜਦੋਂ ਆਪ ਜੀ ਦੀ 2 ਸਾਲ ਦੀ ਉਮਰ ਹੋਈ ਤਾਂ ਗੁਰੂ ਮਹਾਰਾਜ ਦੇ ਮਾਤਾ ਦਇਆ ਕੌਰ ਜੀ ਜਿਹੜੇ ਸੀ ਉਹ ਚੜ੍ਹਾਈ ਕਰ ਗਏ ਬਚਪਨ ਦੇ ਵਿੱਚ ਹੀ। ਉਸ ਸਮੇਂ ਫਿਰ ਪਿਤਾ ਜਿਹੜੇ ਸੀ ਹਰਦਾਸ ਜੀ, ਉਹਨਾਂ ਨੇ ਮਹਾਰਾਜ ਦੀ ਜਿਹੜੀ ਸੀ ਪਾਲਣਾ ਪੋਸ਼ਣਾ ਕਰਨੀ ਕੀਤੀ। ਪਿਤਾ ਜੀ ਹੀ ਉਹਨਾਂ ਨੂੰ ਕੱਪੜੇ ਵਗੈਰਾ ਪਵਾਉਣੇ, ਮਤਲਬ ਨਵਾਲਣਾ। ਸੋ ਆਪ ਜੀ ਸਾਰੀ ਸੇਵਾ ਜਿਹੜੀ ਸੀ ਉਹ ਬਚਪਨ 'ਚ ਹੀ ਕਰਦੇ ਰਹੇ, ਕਿਉਂਕਿ ਆਪ ਜੀ ਦੀ 1.5-2 ਸਾਲ ਦੀ ਉਮਰ ਸੀ ਜਦੋਂ ਇਹਨਾਂ ਦੀ ਮਾਤਾ ਚੜ੍ਹਾਈ ਕਰ ਗਈ। ਉਹ ਸਾਰੀ ਪ੍ਰਮਾਤਮਾ ਦੇ ਭਾਣੇ ਦੀ ਖੇਡ ਹੈ। ਜਿੰਨੇ ਸਵਾਸ ਅਕਾਲ ਪੁਰਖ ਨੇ ਕਿਸੇ ਨੂੰ ਦਿੱਤੇ ਨੇ ਉਹ ਓਨੇ ਹੀ ਭੋਗ ਕੇ ਇਸ ਸੰਸਾਰ ਦੇ ਉੱਤੋਂ ਜਾਇਆ ਕਰਦਾ ਹੈ। ਸੋ ਹਜ਼ੂਰ ਦੀ ਸੇਵਾ ਉਹਨਾਂ ਦੇ ਪਿਤਾ ਜੀ ਜਿਹੜੇ ਸੀ ਉਹ ਕਰਦੇ ਰਹੇ। ਤੇ ਗੁਰੂ ਮਹਾਰਾਜ ਜਦੋਂ 7 ਸਾਲ ਦੀ ਅਵਸਥਾ ਦੇ ਹੋਏ ਹਨ ਤੇ ਅੰਮ੍ਰਿਤ ਵੇਲੇ ਦਾ ਟਾਈਮ ਹੈ। ਅੰਮ੍ਰਿਤ ਵੇਲੇ ਉਹਨਾਂ ਦੇ ਪਿਤਾ ਜੀ ਰਾਤ ਸੁੱਤੇ ਹਨ ਤੇ ਅੰਮ੍ਰਿਤ ਵੇਲੇ ਦਾ ਵਕਤ ਸੀ। ਅੰਮ੍ਰਿਤ ਵੇਲੇ ਬਾਬਾ ਹਰਦਾਸ ਜੀ ਨੇ ਵੀ ਆਪਣਾ ਜਿਹੜਾ ਸਰੀਰ ਉਹ ਛੱਡ ਦਿੱਤਾ। ਜਦੋਂ ਹਜ਼ੂਰ ਉੱਠੇ ਤੇ ਉਹਨਾਂ ਨੇ ਦੇਖਿਆ ਆਪਣੇ ਪਿਤਾ ਜੀ ਵੱਲ, ਤਾਂ ਉਹਨਾਂ ਨੇਤਰ ਬੰਦ ਕੀਤੇ ਸੀ। ਤਾਂ ਹੋਰ ਜਿਹੜੇ ਹੋਰ ਚਾਚੇ ਤਾਏ ਸੀ ਉਹਨਾਂ ਵੱਲ ਵੀ ਫਿਰ ਗਏ ਕਿ ਅੱਜ ਮੇਰੇ ਪਿਤਾ ਜੀ ਜਿਹੜੇ ਹਨ ਉਹ ਅੱਖਾਂ ਨਹੀਂ ਖੋਲ੍ਹਦੇ। ਉਸ ਸਮੇਂ ਜਦੋਂ ਉਹਨਾਂ ਨੇ ਸਰੀਕੇ ਵਾਲਿਆਂ ਨੇ ਆਣ ਕੇ ਦੇਖਿਆ ਤਾਂ ਉਹ ਵੀ ਆਪਣਾ ਸਰੀਰ ਜਿਹੜਾ ਸੀ ਉਹ ਛੱਡ ਚੁੱਕੇ ਸਨ। ਇਸ ਤਰੀਕੇ ਦੇ ਨਾਲ ਆਪ ਜੀ ਦੇ ਮਾਤਾ ਪਿਤਾ ਬਚਪਨ ਵਿੱਚ ਹੀ ਚੜ੍ਹਾਈ ਕਰ ਗਏ। ਸੋ ਉਸ ਤੋਂ ਬਾਅਦ ਫਿਰ ਜਿਹੜਾ ਨਾਨਕਾ ਪਰਿਵਾਰ ਸੀ, ਜਿਹੜੇ ਨਾਨਕੇ ਸੀ, ਬਾਸਰ ਕੇ ਗਿੱਲਾਂ ਪਿੰਡ ਹੈ ਜਿੱਥੋਂ ਦੇ ਗੁਰੂ ਅਮਰਦਾਸ ਮਹਾਰਾਜ ਰਹਿਣ ਵਾਲੇ ਸਨ, ਉੱਥੇ ਇਹਨਾਂ ਦੇ ਨਾਨਕੇ ਸੀ, ਮਾਮੇ ਸੀ। ਫਿਰ ਨਾਨਕੇ ਜਿਹੜੇ ਹਨ ਉਹ ਲਾਹੌਰ ਪਿਤਾ ਜੀ ਦੇ ਅੰਤਿਮ ਸੰਸਕਾਰ ਦੇ ਉੱਤੇ ਆਏ। ਫਿਰ ਨਾਨੀ ਜਿਹੜੀ ਸੀ ਇਹਨਾਂ ਦੀ ਉਹ ਇੱਥੇ ਲਾਹੌਰ ਹੀ ਜਿਹੜੀ ਸੀ ਉਹ ਰਹਿ ਪਈ ਕਿ ਮੈਂ ਆਪਣੇ ਦੋਤੇ ਦੀ ਜੋ ਹੈ ਉਹ ਇਸ ਦੇ ਨਾਲ ਹੱਥ ਵਡਾਵਾਂਗੀ, ਪਾਲਣਾ ਪੋਸ਼ਣਾ ਜੋ ਵੀ ਮੇਰੇ ਕੋਲ ਹੋ ਸਕੇਗੀ ਉਹ ਕਰਾਂਗੇ। ਪਰ ਸਾਧ ਸੰਗਤ ਜੀ ਐਸਾ ਸਮਾਂ ਸੀ ਕਿ ਘਰ ਦੇ ਵਿੱਚ ਉਸ ਸਮੇਂ ਜੋ ਆਰਥਿਕ ਹਾਲਤ ਸੀ ਉਹ ਵੀ ਇੰਨੀ ਠੀਕ ਨਹੀਂ ਸੀ ਤੇ ਜਿਹੜੇ ਹੋਰ ਸ਼ਰੀਕਾ ਪਰਿਵਾਰ ਸੀ ਉਹ ਵੀ ਈਰਖਾ ਕਰਨ ਲੱਗ ਗਏ ਕਿ ਇਹਨਾਂ ਦੀ ਜ਼ਮੀਨ ਜਾਇਦਾਦ ਵੀ ਜੇ ਕਿਤੇ ਉਹ ਅਸੀਂ ਹੀ ਸਾਂਭਣੀ ਹੈ। ਇਸ ਤਰ੍ਹਾਂ ਦੇ ਉਹਨਾਂ ਦੇ ਮਨ ਦੇ ਅੰਦਰ ਵੀ ਵਿਚਾਰ ਚੱਲ ਪਏ। ਨਾਨੀ ਕਹਿਣ ਲੱਗੀ ਗਰੀਬ ਨਵਾਜ਼ ਨੂੰ ਕਿ ਬੇਟਾ ਇੱਦਾਂ ਹੈ, ਮੈਂ ਤੈਨੂੰ ਛੋਲਿਆਂ ਦੀਆਂ ਘੁੰਗਣੀਆਂ ਬਣਾ ਦਿਆ ਕਰਦੀ ਹਾਂ ਤੇ ਤੂੰ ਇਸ ਤਰ੍ਹਾਂ ਕਰ
ਕਿ ਲਾਹੌਰ ਸ਼ਹਿਰ ਦਾ ਜਿਹੜਾ ਚੌਂਕ ਹੈ ਉਸ ਦੇ ਵਿੱਚ ਖੜਾ ਹੋ ਕੇ ਤੇ ਇਹ ਘੁੰਗਣੀਆਂ ਜਿਹੜੀਆਂ ਹਨ ਉਹ ਵੇਚਿਆ ਕਰ। ਉਸ ਦੇ ਨਾਲ ਫਿਰ ਜੋ ਆਪਣਾ ਘਰ ਦਾ ਗੁਜ਼ਾਰਾ ਹੈ, ਪੈਸਾ ਟੱਕਾ ਜੋ ਤੂੰ ਲਿਆਏਗਾ ਉਸ ਦੇ ਨਾਲ ਫਿਰ ਆਪਾਂ ਆਪਦੇ ਘਰ ਦਾ ਗੁਜ਼ਾਰਾ ਕਰਿਆ ਕਰਾਂਗੇ। ਇਸ ਤਰੀਕੇ ਦੇ ਨਾਲ ਸਾਡਾ ਜਿਹੜਾ ਘਰ ਹੈ ਉਹ ਹੌਲੀ ਹੌਲੀ ਜਿਹੜਾ ਹੈ ਉਹ ਚੱਲ ਪਵੇਗਾ। ਇਸ ਪ੍ਰਕਾਰ ਮਹਾਰਾਜ ਨੂੰ ਨਾਨੀ ਨੇ ਜਿਹੜੀ ਸੀ ਬਚਪਨ ਦੇ ਵਿੱਚ ਇਸ ਤਰ੍ਹਾਂ ਸਿੱਖਿਆ ਜਿਹੜੀ ਸੀ ਉਹ ਦੇਣੀ ਚਾਲੂ ਕਰ ਦਿੱਤੀ। ਇਤਿਹਾਸ ਦੱਸਦਾ ਹੈ ਕਿ ਆਪ ਜੀ ਘੁੰਗਣੀਆਂ ਵੇਚਣ ਵੀ ਜਾਂਦੇ, ਉੱਥੇ ਪ੍ਰਮਾਤਮਾ ਨੇ ਇੱਕ ਬਜ਼ੁਰਗ ਦਾ ਰੂਪ ਧਾਰਨ ਕਰ ਲਿਆ, ਚੌਂਕ ਦੇ ਵਿੱਚ ਆ ਕੇ ਖੜਾ ਹੋ ਗਿਆ। ਤਾਂ ਪਰਮੇਸ਼ਰ ਬਜ਼ੁਰਗ ਦੇ ਰੂਪ ਦੇ ਵਿੱਚ ਕਹਿਣ ਲੱਗਾ ਕਿ ਬੇਟਾ, ਕਹਿਣ ਲੱਗਾ ਇਹ ਪੁੱਤਰ ਤੂੰ ਮੈਨੂੰ ਆ ਘੁੰਗਣੀਆਂ ਜਿਹੜੀਆਂ ਹੈ ਉਹ ਦੇ ਦੇਵੇ। ਗੁਰੂ ਜੀ ਕਹਿਣ ਲੱਗੇ ਕਿ ਅੱਜ ਬੜੇ ਪਿਆਰ ਦੇ ਨਾਲ ਮੈਨੂੰ ਕਿਸੇ ਨੇ ਪੁੱਤਰ ਕਈ ਸਮੇਂ ਤੋਂ ਬਾਅਦ ਕਿਹਾ ਹੈ ਮੇਰੇ ਪਿਤਾ ਦੇ ਮਗਰੋਂ। ਤੇ ਉਹ ਕਹਿਣ ਲੱਗੇ ਕਿ ਮੇਰੇ ਕੋਲ ਕੋਈ ਇਸ ਸਮੇਂ ਕੋਈ ਪੈਸਾ ਨਹੀਂ ਹੈ। ਸੋ ਗੁਰੂ ਜੀ ਨੇ ਉਹ ਸਾਰੀਆਂ ਘੁੰਗਣੀਆਂ ਜਿਹੜੀਆਂ ਸੀ ਉਹਨਾਂ ਨੂੰ ਦੇ ਦਿੱਤੀਆਂ। ਜਦੋਂ ਘਰ ਵਾਪਸ ਆਏ ਤਾਂ ਨਾਨੀ ਦੇ ਕੋਲ ਆਣ ਕੇ ਫਿਰ ਆਏ ਤਾਂ ਨਾਨੀ ਨੇ ਕਹਿਣ ਲੱਗੇ ਕਿ ਇਸ ਤਰ੍ਹਾਂ ਹੈ ਕਿ ਅੱਜ ਇੱਕ ਬਜ਼ੁਰਗ ਚੌਂਕ ਦੇ ਵਿੱਚ ਆ ਗਿਆ, ਉਸ ਦੇ ਕੋਲ ਕੋਈ ਪੈਸਾ ਨਹੀਂ ਸੀ, ਕਿਉਂਕਿ ਹਜ਼ੂਰ ਬਚਪਨ ਤੋਂ ਹੀ ਉਹਨਾਂ ਦੇ ਮਨ ਵਿੱਚ ਇਹ ਚੀਜ਼ ਚੱਲਦੀ ਸੀ ਕਿ ਗਰੀਬਾਂ ਦੀਨ ਦੁਖੀਆਂ ਦੀ ਜਿਹੜਾ ਮੇਰੇ ਦਰ ਦੇ ਉੱਤੇ ਆ ਜਾਵੇ ਉਹਦੀ ਮੈਂ ਪੁਕਾਰ ਸੁਣਾਂਗਾ। ਉਸ ਸਮੇਂ ਜਦੋਂ ਇਹ ਬਚਨ ਕੀਤੇ ਤਾਂ ਨਾਨੀ ਨੇ ਮਹਾਰਾਜ ਅੱਗੇ ਅਰਦਾਸ ਬੇਨਤੀ ਪ੍ਰਮਾਤਮਾ ਦੇ ਅੱਗੇ ਕੀਤੀ, ਅੱਜ ਤੂੰ ਤੇ ਗਰੀਬਾਂ ਦੀ ਜਿਹੜੀ ਹੈ ਉਹ ਸੁਣਨ ਵਾਲਾ ਹੈ। ਤੇਰੇ ਉੱਤੇ ਸਤਿਗੁਰੂ ਮਹਾਰਾਜ ਕਿਰਪਾ ਕਰਨਗੇ ਕਿ ਤੇਰੇ ਦਰ ਦੇ ਉੱਤੋਂ ਕੋਈ ਖਾਲੀ ਨਹੀਂ ਜਾਏਗਾ। ਐਸੀ ਅਰਦਾਸ ਉਸ ਸਮੇਂ ਬਚਪਨ ਵਿੱਚ ਹੀ ਮਾਤਾ ਨੇ ਕਰ ਦਿੱਤੀ। ਅਖੀਰ ਸਰੀਕੇ ਵਾਲੇ ਜਿਹੜੇ ਸੀ ਉਹ ਈਰਖਾ ਹੋਰ ਜ਼ਿਆਦਾ ਕਰਨ ਲੱਗ ਗਏ ਕਿ ਇਹਨਾਂ ਦਾ ਤੇ ਫੇਰ ਪਰਿਵਾਰ ਚੱਲ ਪਿਆ ਹੈ, ਅਸੀਂ ਨਾ ਕੁਝ ਹੋਰ ਸੋਚਦੇ ਸੀ। ਜਦੋਂ ਈਰਖਾ ਵਧੀ ਤਾਂ ਕਿਉਂਕਿ ਇਹ ਈਰਖਾ ਇੱਕ ਐਸੀ ਬਿਮਾਰੀ ਹੈ ਜਿਹੜਾ ਕੋਈ ਭਗਤੀ ਕਰ ਲਵੇ ਉਸ ਦੇ ਅੰਦਰੋਂ ਇਹ ਮਿਟਦੀ ਹੈ, ਨਹੀਂ ਤੇ ਅਖੀਰ ਸਮੇਂ ਤੱਕ ਇਹ ਨਾਲ ਹੀ ਚਲੀ ਜਾਂਦੀ ਹੈ। ਗੁਰੂ ਜੀ ਨੇ ਇਸ ਬਾਰੇ ਬਾਣੀ ਦੇ ਵਿੱਚ ਦੱਸਿਆ ਹੈ, ਜਿਸ ਅੰਦਰ ਤਾਤ ਪਰਾਈ ਹੋਏ ਤਿਸ ਦਾ ਕਦੇ ਨਾ ਹੋਵੇ ਭਲਾ, ਕਿ ਜਿਸ ਦੇ ਅੰਦਰ ਈਰਖਾ ਹੋਏਗੀ ਉਸ ਦਾ ਕਦੇ ਵੀ ਭਲਾ ਨਹੀਂ ਹੋ ਸਕਦਾ। ਉਹ ਭਾਵੇਂ ਸੰਸਾਰ ਵਿੱਚ ਈਰਖਾ ਦੇ ਨਾਲ ਕੋਈ ਅਹੁਦਾ ਵੀ ਪ੍ਰਾਪਤ ਕਰ ਲਏ, ਪਰ ਉਸ ਦਾ ਅੰਦਰ ਜਿਹੜਾ ਹੈ ਅਖੀਰ ਟਾਈਮ ਤੱਕ ਸੜਦਾ ਹੀ ਰਹੇਗਾ। ਤੋ ਇਸ ਤਰ੍ਹਾਂ ਹੀ ਬਿਨਾਂ ਕੁਛ ਰੂਹਾਨੀਅਤ ਖਜ਼ਾਨਾ ਲਏ ਤਾਂ ਸੰਸਾਰ ਤੋਂ ਚਲਾ ਜਾਏਗਾ। ਸੋ ਉਸ ਸਮੇਂ ਹਜ਼ੂਰ ਕਹਿਣ ਲੱਗੇ ਤੇ ਮਾਤਾ ਜਿਹੜੀ ਸੀ ਉਹਨਾਂ ਦੀ ਨਾਨੀ ਉਹ ਕਹਿਣ ਲੱਗੀ ਕਿ ਇਸ ਤਰ੍ਹਾਂ ਹੈ ਕਿ ਆਪਾਂ ਇਸ ਤਰ੍ਹਾਂ ਕਰਦੇ ਹਾਂ ਕਿ ਤੁਹਾਡੇ ਨਾਨਕੇ ਪਿੰਡ ਹੀ ਆਪਾਂ ਆਪਣੇ ਘਰ ਹੀ ਉੱਥੇ ਚਲੇ ਜਾਂਦੇ ਹਾਂ। ਇੱਥੇ ਇਹ ਹੋਰ ਲੋਕ ਵੀ ਸਾਨੂੰ ਤੰਗ ਕਰਦੇ ਨੇ ਤੇ ਉੱਥੇ ਆਪਾਂ ਆਪਣਾ ਗੁਜ਼ਰ ਗੁਜ਼ਾਰਾ ਕਰ ਲਵਾਂਗੇ। ਉਸ ਸਮੇਂ ਉਹਨਾਂ ਨੇ ਫਿਰ ਘਰ ਦੇ ਵਿੱਚੋਂ ਸਾਰਾ ਸਮਾਨ ਜਿੰਨਾ ਕੁ ਕੁਛ ਬਸਤਰ ਪਾਉਣੇ ਸਨ ਉਹ ਬਸਤਰ ਚੁੱਕੇ, ਕੁਛ ਮੇਨ ਸਮਾਨ ਜਿਹੜਾ ਉਹ ਲਿਆ ਤੇ ਦੋਵੇਂ ਨਾਨੀ ਦੋਤਾ ਜਿਹੜੇ ਸੀ ਉਹ ਬਾਸਣ ਕੇ ਗਿੱਲਾਂ ਪਿੰਡ ਦੇ ਵਿੱਚ ਆਪ ਜੀ ਇੱਥੇ ਆ ਗਏ ਸਨ। ਇੱਥੇ ਹੀ ਉਹਨਾਂ ਸਮਿਆਂ 'ਚ ਗੁਰੂ ਅਮਰਦਾਸ ਮਹਾਰਾਜ ਜੀ ਰਹਿੰਦੇ ਸੀ। ਉਦੋਂ ਹਜੇ ਹਜ਼ੂਰ ਗੁਰਤਾ ਗੱਦੀ 'ਤੇ ਬਿਰਾਜਮਾਨ ਨਹੀਂ ਸਨ ਤੇ ਘਰ ਵਿੱਚ ਜਾ ਕੇ ਪਤਾ ਵੀ ਲਿਆ ਕਿ ਇਸ ਤਰੀਕੇ ਦੇ ਨਾਲ ਮਾਤਾ ਜੋ ਹੈ ਆਪਣੇ ਦੋਤੇ ਨੂੰ ਇੱਥੇ ਲੈ ਆਈ ਹੈ। ਸੋ ਉੱਥੇ ਫਿਰ ਰਹਿੰਦਿਆਂ ਕਾਫੀ ਸਮਾਂ ਬੀਤਿਆ। ਉੱਥੇ ਵੀ ਆਪ ਜੀ ਨੇ ਇਹੋ ਹੀ ਕੰਮ ਕਰਨਾ,
ਘੁੰਗਣੀਆਂ ਜਿਹੜੀਆਂ ਸੀ ਵੇਚਦੇ ਤੇ ਨਾਲੇ ਪ੍ਰਮਾਤਮਾ ਦਾ ਜਿਹੜਾ ਸੀ ਉਹ ਜਸ ਕਰਦੇ ਹੁੰਦੇ। ਅਖੀਰ ਜਦੋਂ ਹਜ਼ੂਰ ਪਾਤਸ਼ਾਹ ਗੁਰੂ ਅਮਰਦਾਸ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ, ਗੋਂਦਵਾਲ ਸਾਹਿਬ ਦੀ ਧਰਤੀ ਨੇ ਆਪ ਜੀ ਨੇ ਗੋਂਦਵਾਲ ਸਾਹਿਬ ਨਗਰ ਵਸਾਇਆ ਤੇ ਮਾਤਾ ਕਹਿਣ ਲੱਗੀ ਤੂੰ ਇਸ ਤਰ੍ਹਾਂ ਕਰ ਵੀ ਉੱਧਰ ਵੀ ਘੁੰਗਣੀਆਂ ਜਿਹੜੀਆਂ ਹਨ ਹਰੀ ਕੇ ਪੱਤਨ ਉਹ ਜਿਹੜਾ ਦਰਿਆ ਪੈਂਦਾ ਹੈ ਉੱਥੇ ਵੀ ਵੇਚ ਆਇਆ ਕਰ। ਕਰਦਿਆਂ ਆਪ ਜੀ ਇੱਥੇ ਘੁੰਗਣੀਆਂ ਵੇਚਦੇ ਹਜ਼ੂਰ ਦੇ ਇੱਕ ਦਿਨ ਦਰਬਾਰ ਦੇ ਵਿੱਚ ਆ ਗਏ। ਭੱਟਾ ਨੇ ਉਸ ਅਵਸਥਾ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵਿੱਚ ਦੱਸਿਆ ਹੈ। ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਕਿ ਜਦੋਂ ਉਹਨਾਂ ਨੇ ਹਜ਼ੂਰ ਦੇ ਦਰਸ਼ਨ ਕੀਤੇ ਹਨ ਤੇ ਉਹਨਾਂ ਨੂੰ ਬਹੁਤ ਵੱਡਾ ਸੁਖ ਜਿਹੜਾ ਸੀ ਉਹ ਪ੍ਰਾਪਤ ਹੋਇਆ। ਐਸਾ ਸੁਖ ਪ੍ਰਾਪਤ ਹੋਇਆ ਕਿ ਗੁਰੂ ਜੀ ਦੇ ਵਿੱਚੋਂ ਹੀ ਉਹਨਾਂ ਨੇ ਆਪਣੇ ਮਾਤਾ ਪਿਤਾ ਨੂੰ ਜੋ ਸੀ ਉਹ ਵੇਖਿਆ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ, ਕਿ ਇਹ ਮੇਰਾ ਗੁਰੂ ਹੈ, ਇਹ ਮੇਰਾ ਗੁਰਦੇਵ ਹੈ। ਇੱਥੇ ਅਨੇਕਾਂ ਬ੍ਰਹਮ ਗਿਆਨੀ ਮਹਾਂਪੁਰਸ਼ ਇਹਨਾਂ ਨੂੰ ਆਣ ਕੇ ਮੱਥੇ ਟੇਕਦੇ ਨੇ। ਸੰਗਤ ਇਸ ਦੁਆਰ 'ਤੇ ਆਉਂਦੀ ਹੈ ਤੇ ਮੇਰਾ ਜੀ ਜਿਹੜਾ ਹੈ ਆਪ ਜੀ ਉਸੇ ਦਿਨ ਹੀ ਸੋਚਣ ਲੱਗ ਗਏ ਕਿ ਮੈਂ ਹੁਣ ਇਹਨਾਂ ਦੀ ਸ਼ਰਨ ਵਿੱਚ ਆ ਗਿਆ, ਮੈਂ ਹੁਣ ਘਰ ਵਾਪਸ ਨਹੀਂ ਜਾਵਾਂਗਾ। ਸਤਿਗੁਰੂ ਅਮਰਦਾਸ ਮਹਾਰਾਜ ਨੇ ਬੱਚੇ ਨੂੰ ਬਹੁਤ ਪਿਆਰ ਕੀਤਾ ਹੈ ਤੇ ਮਹਾਰਾਜ ਕਹਿਣ ਲੱਗੇ ਹਜ਼ੂਰ ਨੂੰ ਕਿ ਮਹਾਰਾਜ ਮੈਂ ਤੁਹਾਡੀ ਸੰਗਤ ਵਿੱਚ ਹੀ ਰਹਿਣਾ ਚਾਹੁੰਦਾ, ਮੈਨੂੰ ਆਪਣੇ ਚਰਨਾਂ ਦੇ ਵਿੱਚ ਰੱਖ ਲਓ। ਉਸ ਸਮੇਂ ਫਿਰ ਹਜ਼ੂਰ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਆਪਣੀ ਸੇਵਾ ਦੇ ਵਿੱਚ ਜਿਹੜਾ ਸੀ ਉਹ ਲਾ ਲਿਆ। ਸੇਵਾ ਵਿੱਚ ਫਿਰ ਐਸਾ ਲਾਇਆ ਕਿ ਆਪ ਜੀ ਨੇ 22 ਸਾਲ ਹਜ਼ੂਰ ਦੀ ਜਿਹੜੀ ਹੈ ਉਹ ਸੇਵਾ ਕੀਤੀ ਹੈ। ਤੇ ਇੱਕ ਦਿਨ ਐਸਾ ਆਇਆ ਹੈ ਦੱਸਦੇ ਕਿ ਜਦੋਂ ਮਹਾਰਾਜ ਦੀ ਲੜਕੀ ਸੀ ਜਿਸ ਦਾ ਨਾਮ ਬੀਬੀ ਭਾਨੀ ਸੀ, ਉਹ ਜਿਹੜੀ ਹੈ ਵਿਆਹਣ ਵਾਲੀ ਹੋਈ। ਉਹਨਾਂ ਦੇ ਘਰੋਂ ਮਾਤਾ ਮਨਸਾ ਦੇਵੀ, ਉਸਨੇ ਗੁਰੂ ਜੀ ਨੇ ਨਾਲ ਬਚਨ ਕੀਤੇ ਕਿ ਸਾਡੀ ਭਾਨੀ ਜੋ ਹੈ ਉਹ ਵਿਆਹਣ ਵਾਲੀ ਹੈ ਤੇ ਉਸ ਦੇ ਵਾਸਤੇ ਕੋਈ ਵਰ ਲੱਭੋ। ਸਤਿਗੁਰੂ ਜੀ ਜਿਹੜੇ ਸਨ ਉਹ ਸਾਹਮਣੇ ਜੋ ਸਿਰ ਦੇ ਉੱਤੇ ਟੋਕਰੀ ਚੁੱਕੀ ਹੋਈ ਸੀ, ਬੌਲੀ ਸਾਹਿਬ ਦੀ ਸੇਵਾ ਕਰ ਰਹੇ ਸੀ। ਨਾਲੇ ਬੀਬੀ ਮਨਸਾ ਦੇਵੀ ਨੇ ਇਹ ਬਚਨ ਕੀਤਾ ਕਿ ਬੱਚਾ ਵੀ ਐਸਾ ਹੋਣਾ ਚਾਹੀਦਾ ਹੈ ਜਿਨ੍ਹੇ ਉਹ ਸਾਹਮਣੇ ਸਿਰ ਦੇ ਉੱਤੇ ਟੋਕਰੀ ਚੁੱਕੀ ਹੈ, ਇਸ ਦੇ ਵਰਗਾ ਹੋਣਾ ਚਾਹੀਦਾ ਹੈ। ਉਸ ਸਮੇਂ ਹਜ਼ੂਰ ਦੇ ਮੁਖ ਚੋਂ ਨਿਕਲਿਆ ਕਿ ਬੀਬੀ ਇਸ ਦੇ ਵਰਗਾ ਜਿਹੜਾ ਹੈ ਉਹ ਇਹੀ ਹੈ, ਇਸ ਦੀ ਤੁਲਨਾ ਕਿਸੇ ਦੇ ਨਾਲ ਨਹੀਂ ਕੀਤੀ ਜਾ ਸਕਦੀ। ਉਸ ਸਮੇਂ ਉਹਨਾਂ ਨੇ ਫਿਰ ਮਾਤਾ ਮਨਸਾ ਦੇਵੀ ਨੂੰ ਇਹ ਬਚਨ ਕਹੇ ਕਿ ਇਹਦੇ ਵਰਗਾ ਇਹੀ ਹੈ, ਆਪਾਂ ਆਪਣੀ ਲੜਕੀ ਦਾ ਰਿਸ਼ਤਾ ਇਹਦੇ ਨਾਲ ਹੀ ਕਰ ਦਈਏ। ਭਾਵੇਂ ਇਹ ਵੀ ਉਹਨਾਂ ਨੇ ਬਚਨ ਕੀਤੇ ਕਿ ਇਹਨਾਂ ਦਾ ਘਰ ਕਿੱਥੇ ਹੈ, ਇਹਨਾਂ ਦੀ ਜਾਤ ਕਿਹੜੀ ਹੈ। ਉਹਨਾਂ ਸਮਿਆਂ 'ਚ ਇਹ ਰਿਵਾਜ ਅੱਜ ਵੀ ਚੱਲਦੇ ਨੇ, ਉਦੋਂ ਵੀ ਸੀ। ਸੋ ਹਜ਼ੂਰ ਕਹਿਣ ਲੱਗੇ ਕਿ ਨਹੀਂ, ਇਹਨਾਂ ਦੀ ਜਾਤ ਵੀ ਮੈਂ, ਇਹਨਾਂ ਦੀ ਪੱਤ ਵੀ ਮੈਂ, ਇਹਨਾਂ ਦੀ ਇੱਜ਼ਤ ਵੀ ਮੈਂ, ਤੇ ਸਾਰਾ ਕੁਛ ਇਹਨਾਂ ਦਾ ਮੈਂ ਹੀ ਹਾਂ, ਇਹਦੇ ਵਰਗਾ ਇਹੀ ਹੈ। ਹਜ਼ੂਰ ਨੇ ਬਚਨ ਵਰ ਤੇ ਉਦੋਂ ਹੀ ਦੇ ਦਿੱਤੇ ਸੀ, ਜੋ ਵਰ ਸਨ ਜਿੱਦਣ ਰਿਸ਼ਤਾ ਤੈਅ ਹੋਣਾ ਸੀ ਉਦਣ ਹੀ ਗੁਰੂ ਰਾਮਦਾਸ ਮਹਾਰਾਜ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਬਹੁਤ ਬਚਨ ਕਰ ਦਿੱਤੇ ਸੀ। ਸਮਾਂ ਆਉਣ 'ਤੇ ਫਿਰ ਇੱਕ ਵਾਰ ਉਦਣ ਦਿੱਤਾ ਹੈ ਜਿੱਦਣ ਗੁਰੂ ਅਮਰਦਾਸ ਮਹਾਰਾਜ ਚੁਬਾਰਾ ਸਾਹਿਬ ਵਿਖੇ ਭਗਤੀ ਵਿੱਚ ਲੀਨ ਰਹਿੰਦੇ ਹੁੰਦੇ ਸੀ। ਪਹਿਰ ਰਾਤ ਅੰਮ੍ਰਿਤ ਵੇਲੇ ਉੱਠ ਕੇ 1-1:15 ਵਜੇ ਹਜ਼ੂਰ ਪਾਤਸ਼ਾਹ ਸਮਾਧੀ ਵਿੱਚ ਲੀਨ ਹੁੰਦੇ ਸਨ, ਕਿਉਂਕਿ ਸਾਡੇ ਗੁਰੂ ਵੀ ਜਿਹੜੇ ਹਨ ਉਹ ਆਪ ਸਿਮਰਨ ਕਰਦੇ ਰਹੇ ਨੇ
ਤਾਂ ਉਹਨਾਂ ਸਾਨੂੰ ਦੱਸਿਆ ਕਿ ਤੁਸੀਂ ਇਹ ਸਿਮਰਨ ਜਿਹੜਾ ਤੁਸੀਂ ਵੀ ਕਰ ਲਿਓ। ਤੇ ਹਜੂਰ ਸਿਮਰਨ ਤੇ ਬਖਤੇ ਹਨ ਬ੍ਰਹਮ ਗਿਆਨ ਦੇ ਵਿੱਚ। ਤਾਂ ਸੁਰਤੀ ਜਿਹੜੀ ਹੈ ਪਰਮਾਤਮਾ ਵਿੱਚ ਲੀਨ ਹੈ। ਦੇਸ਼ ਕਾਲ ਭੂਤ ਸਾਰਿਆਂ ਤੋਂ ਪਰੇ ਆਪ ਜੀ ਬੈਠੇ ਹਨ। ਇੰਨੇ ਚਿਰ ਨੂੰ ਜਿਹੜੀ ਪੀੜ੍ਹੀ ਤੇ ਬੈਠੇ ਹਨ, ਉੱਥੇ ਮਾਤਾ ਭਾਨੀ ਜੋ ਉਹਨਾਂ ਦੀ ਲੜਕੀ ਸੀ, ਉਹਨੇ ਇਹ ਦੇਖਿਆ ਕਿ ਇੱਕ ਪੀੜ੍ਹੀ ਦਾ ਪਾਵਾ ਕਮਜ਼ੋਰ ਹੈ ਤੇ ਇਹ ਜੇ ਟੁੱਟ ਗਿਆ ਤੇ ਮੇਰੇ ਪਿਤਾ ਦੀ ਸਮਾਧੀ ਜਿਹੜੀ ਹੈ, ਗੁਰੂ ਪਿਤਾ ਦੀ ਸਮਾਧੀ ਖੁੱਲ ਜਾਵੇਗੀ। ਤੇ ਇਹ ਚੀਜ਼ ਨਹੀਂ ਹੋਣੀ ਚਾਹੀਦੀ, ਮੇਰੇ ਪਿਤਾ ਦੀ ਸਮਾਧੀ ਖੁੱਲ ਜਾਵੇ। ਕਿਉਂਕਿ ਸਾਧ ਸੰਗਤ ਜੀ, ਇਸੇ ਕਰਕੇ ਸੰਗਤ ਦੇ ਵਿੱਚ ਇਕਾਗਰਤਾ 'ਚ ਬੈਠਣਾ ਚਾਹੀਦਾ। ਇਹ ਮਾਤਾ ਭਾਨੀ ਕੋ ਆਪਾਂ ਸਿੱਖਿਆ ਲੈ ਲਈਏ ਕਿ ਜੇ ਕੋਈ ਰੱਬ ਦਾ ਨਾਂ ਲੈਂਦਾ, ਉਹਨੂੰ ਕਦੇ ਵੀ ਡਿਸਟਰਬ ਨਹੀਂ ਕਰਨਾ ਚਾਹੀਦਾ, ਨਹੀਂ ਤੇ ਬਹੁਤ ਵੱਡਾ ਉਸਨੂੰ ਦੋਸ਼ ਲੱਗਿਆ ਕਰਦਾ ਹੈ। ਉਸ ਸਮੇਂ ਫਿਰ ਹਜੂਰ ਨੇ ਮਾਤਾ ਭਾਨੀ ਨੇ ਹਜੂਰ ਦੀ ਪੀੜ੍ਹੀ ਦੇ ਥੱਲੇ ਆਪਣੀ ਜੋ ਹੱਥ ਸੀ ਉਹ ਰੱਖ ਦਿੱਤਾ ਹੈ। ਜਦੋਂ ਹੱਥ ਰੱਖਿਆ ਹੈ, ਮਹਾਰਾਜ ਦਿਨ ਚੜੇ ਜਦੋਂ ਉਸ ਅਵਸਥਾ ਤੋਂ ਬਿਰਾਜਮਾਨ ਹੋਏ ਤੇ ਬੀਬੀ ਭਾਨੀ ਦਾ ਹੱਥ ਜਿਹੜਾ ਸੀ ਉਹ ਥੱਲੇ। ਜਦੋਂ ਦੇਖਿਆ ਕਿ ਹੱਥ ਨੀਲਾ ਹੋਇਆ ਪਿਆ ਹੈ, ਖੂਨ ਰੁਕਿਆ ਹੈ, ਤੇ ਉਹ ਮਹਾਰਾਜ ਕਹਿਣ ਲੱਗੇ ਤੇਰੇ ਹੱਥ ਨੂੰ ਕੀ ਹੋਇਆ? ਤੇ ਹਜੂਰ ਆਪ ਜੀ ਕਹਿਣ ਲੱਗੇ ਕਿ ਪਿਤਾ ਜੀ, ਤੁਸੀਂ ਸਮਾਧੀ 'ਤੇ ਬੈਠੇ ਸੀ, ਪੀੜੇ ਦਾ ਪਾਵਾ ਕਮਜ਼ੋਰ ਸੀ, ਮੈਂ ਸੋਚਿਆ ਕਿਤੇ ਸਮਾਧੀ ਨਾ ਖੁੱਲ੍ਹ ਜਾਵੇ ਤੇ ਮੈਂ ਆਪਣਾ ਹੱਥ ਥੱਲੇ ਰੱਖ ਦਿੱਤਾ। ਤਾਂ ਇਸ ਚੀਜ਼ ਤੋਂ ਤਾਂ ਕਰਕੇ ਮੈਂ ਦੇਖਿਆ। ਮਹਾਰਾਜ ਕਹਿਣ ਲੱਗੇ ਇਹਨੂੰ ਇੰਨਾ ਜ਼ਿਆਦਾ ਗਿਆਨ ਭਗਤੀ ਦਾ ਹੈ ਕਿ ਭਗਤੀ ਇੰਨੀ ਉੱਚੀ ਚੀਜ਼ ਹੈ ਕਿ ਇਹ ਸੋਚਦੀ ਹੈ ਕਿਤੇ ਮੇਰੀ ਸਮਾਧੀ 'ਚ ਕੋਈ ਫਰਕ ਨਾ ਪੈ ਜਾਵੇ। ਉਸ ਸਮੇਂ ਪਹਿਲਾ ਬਚਨ ਕੀਤਾ, ਵਰ ਮੰਨ ਵੀ ਆਪਣੀ ਲੜਕੀ ਨੂੰ ਕਹਿਣ ਲੱਗੇ ਕੀ ਕਹਿਣਾ ਚਾਹੁੰਦੀ ਹੈ ਤੂੰ? ਤਾਂ ਆਪ ਜੀ ਨੇ ਫਿਰ ਇੱਕ ਪਹਿਲਾ ਵਰ ਮੰਗਿਆ, ਕਿਉਂਕਿ ਗੁਰੂ ਜੀ ਨੇ ਬਚਨ ਕੀਤਾ ਸੀ ਜੋ ਕਹੇਂਗੀ ਉਹ ਮਿਲੇਗਾ। ਉਸ ਸਮੇਂ ਆਪ ਜੀ ਨੇ ਇਹ ਬਚਨ ਕੀਤਾ ਕਿ ਸਾਡੇ ਘਰ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਗੱਦੀ ਰਵੇ। ਸੋ ਐਸਾ ਬਚਨ ਜਿਹੜਾ ਸੀ, ਬੀਬੀ ਭਾਨੀ ਨੇ ਵੀ ਇਹ ਵਰ ਜਿਹੜਾ ਸੀ ਹਜੂਰ ਤੋਂ ਮੰਗਿਆ ਸੀ। ਸਮਾਂ ਆਉਣ 'ਤੇ ਕਿਉਂਕਿ ਮਾਤਾਵਾਂ ਨੇ ਬੜੇ ਵਰ ਮੰਗੇ ਨੇ ਗੁਰੂਆਂ ਤੋਂ। ਜਦੋਂ 6ਵੇਂ ਪਾਤਸ਼ਾਹ ਮਹਾਰਾਜ ਨੇ ਜਾਣਾ ਸੀ ਸੱਚਖੰਡ, ਉਦੋਂ ਵੀ ਮਾਤਾ ਨਾਨਕੀ ਦੇ ਮਨ ਦੇ ਵਿੱਚ ਇਹ ਚੱਲਦਾ ਸੀ ਕਿ ਮੇਰਾ ਪੁੱਤਰ ਸਭ ਤੋਂ ਛੋਟਾ ਹੈ, ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦਾ ਨਾਂ ਸੀ, ਇਹਨੂੰ ਗੁਰੂ ਜੀ ਨੇ ਕੁਛ ਦਿੱਤਾ ਨਹੀਂ ਹੈ। ਉਸ ਸਮੇਂ ਹਜੂਰ ਨੇ ਜਦੋਂ ਅਖੀਰਲੇ ਦਿਨ ਪ੍ਰਸ਼ਾਦਾ ਛਕਿਆ, ਪ੍ਰਸ਼ਾਦਾ ਛਕ ਕੇ ਮਾਤਾ ਨਾਨਕੀ ਨੇ ਹੱਥ ਧਵਾਏ, ਜਿਹੜਾ ਰੁਮਾਲ ਆਪਣੇ ਹੱਥ ਵਿੱਚ ਰੱਖਦੇ ਸੀ, ਕਹਿਣ ਲੱਗੇ ਕਿ ਆਪਣੀ ਝੋਲੀ ਕਰ। ਉਹ ਰੁਮਾਲ ਜਿਹੜਾ ਸੀ ਉਹਦੀ ਝੋਲੀ 'ਚ ਪਾ ਦਿੱਤਾ। ਕਹਿੰਦੇ ਜਿਹੜੀ ਤੇਰੀ ਗੁਰਤਾ ਗੱਦੀ ਦੀ ਭਾਵਨਾ ਹੈ ਕਿ ਮੇਰਾ ਪੁੱਤਰ ਇਸ ਗੱਦੀ 'ਤੇ ਬਿਰਾਜਮਾਨ ਹੋਏ, ਸਮਾਂ ਆਏਗਾ ਤੇਰਾ ਪੁੱਤਰ ਗੁਰੂ ਨਾਨਕ ਦੇ ਤਖਤ ਦੇ ਉੱਤੇ ਬੈਠੇਗਾ। ਇਸ ਕਰਕੇ ਬੀਬੀਆਂ ਦੀ ਇਹ ਜਿਹੜੀ ਸੀ ਉਹ ਭਾਵਨਾ ਵੀ ਰਹੀ ਹੈ। ਬਾਬੇ ਸੂਰਜਮਲ, ਅਣੀ ਰਾਏ, ਅਟਲ ਰਾਏ ਮਹਾਰਾਜ ਦੇ ਇਹ ਵੀ 3 ਸਾਹਿਬਜ਼ਾਦੇ ਹੋਏ। ਇਹਨਾਂ ਦੀ ਮਾਤਾ ਦੀ ਵੀ ਭਾਵਨਾ ਸੀ ਬੀਬੀ ਮਰਵਾਈ ਦੀ। ਹਜੂਰ ਨੇ ਸਾਨੂੰ ਕੀ ਬਖਸ਼ਿਸ਼ ਕੀਤਾ? ਉਸ ਸਮੇਂ ਆਪ ਜੀ ਨੇ ਉਹਨਾਂ 'ਤੇ ਵੀ ਬਖਸ਼ਿਸ਼ ਕਰ ਦਿੱਤੀ ਅਤੇ ਬਚਨ ਕੀਤਾ ਤੇਰਾ ਪਰਿਵਾਰ ਐਸਾ ਚੱਲੇਗਾ, ਰਾਜੇ ਮਹਾਰਾਜੇ ਇਹਨਾਂ ਦੇ ਗਾੜੀ ਚੁੱਕਿਆ ਕਰਨਗੇ। ਸੋ ਬਾਬੇ ਸੂਰਜਮਲ ਦੀ ਅੱਜ ਵੀ ਬੰਸਾਵਲੀ ਅਨੰਦਪੁਰ ਸਾਹਿਬ ਜਿਹੜੀ ਹੈ ਉਹ ਚੱਲਦੀ ਹੈ। ਅੰਗਰੇਜ਼ ਜਿਹੜੇ ਸੀ ਉਹਨਾਂ ਦੇ ਸਾਹਮਣੇ ਝੁਕਦੇ ਹੁੰਦੇ ਸੀ। ਤਾਂ ਕਿਉਂਕਿ ਇਹ ਬਚਨ ਕਰ ਦਿੱਤਾ, ਸੋ ਰਹੋ ਵਿਚਾਰ। ਸੋ ਜੈਸੀ ਭਾਵਨਾ ਸੀ ਮਾਤਾਵਾਂ ਦੀਆਂ, ਜਿਸ ਤਰ੍ਹਾਂ ਦੀਆਂ ਭਾਵਨਾ ਰਹੀਆਂ, ਗੁਰੂਆਂ ਨੇ ਉਹ ਜਿਹੜੀਆਂ ਸੀ ਉਹ ਪੂਰਨ ਕੀਤੀਆਂ। ਉਸ ਸਮੇਂ ਫਿਰ ਜਦੋਂ ਇਹ ਵਰ ਬਖਸ਼ਿਸ਼ ਕਰ ਦਿੱਤਾ ਹੈ, ਨਾਲੇ ਉਹ ਸਾਰਾ ਜਿਹੜਾ ਸੀ ਗਿਆਨ ਵੀ ਬਖਸ਼ਿਸ਼ ਕਰ ਦਿੱਤਾ। ਬੀਬੀ ਭਾਨੀ ਨੂੰ ਬ੍ਰਹਮ ਗਿਆਨ 3 ਲੋਕਾਂ ਦੀ ਸੋਝੀ ਦੇ ਦਿੱਤੀ ਕਿ ਆਉਣ ਵਾਲੇ ਸਮੇਂ ਦੇ ਵਿੱਚ
ਇਸ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੱਦੀ ਦੇ ਨਾਲ ਜ਼ਾਲਮ ਜਿਹੜੇ ਹਨ ਉਹ ਕਿਵੇਂ ਖਹਿਣਗੇ, ਕਿਵੇਂ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਦੁਸ਼ਟ ਜਿਹੜੇ ਹਨ ਜ਼ਾਲਮ ਖਹਿਣਗੇ ਵੀ। ਅਤੇ ਸੀਏ ਜਿਹੜੇ ਸੀ ਉਹ ਸਾਰੇ ਮਹਾਰਾਜ ਨੇ ਪਹਿਲਾਂ ਹੀ ਬੀਬੀ ਭਾਨੀ ਨੂੰ ਦਿਖਾ ਦਿੱਤੇ ਸੀ। ਸੋ ਆਉਣ ਵਾਲੇ ਸਮੇਂ ਵਿੱਚ ਫਿਰ ਮਹਾਰਾਜ ਨੇ ਜਦੋਂ ਆਪਣੇ ਸਰੀਰ ਛੱਡਣਾ ਸੀ ਤੇ ਇਹ ਦੋਵੇਂ ਜਵਾਈ ਬਾਬਾ ਰਾਮਾ ਜੀ ਤੇ ਗੁਰੂ ਰਾਮਦਾਸ ਮਹਾਰਾਜ ਇਹ ਗੋਂਦਵਾਲ ਸਾਹਿਬ ਸੇਵਾ ਹੀ ਕਰਦੇ ਹੁੰਦੇ ਸੀ। ਤੇ ਮਹਾਰਾਜ ਨੇ ਭਾਵੇਂ ਇਹ ਵਾਰ ਪਹਿਲਾਂ ਹੀ ਦੇ ਦਿੱਤਾ ਸੀ ਗੁਰਤਾ ਗੱਦੀ ਵਾਲਾ, ਬੀਬੀ ਭਾਨੀ ਨੂੰ ਹੀ ਬਖਸ਼ਿਸ਼ ਕਰ ਦਿੱਤੀ, ਪਰ ਫਿਰ ਵੀ ਮਰਜ਼ਾਦਾ ਵੱਲ ਵੇਖਦਿਆਂ ਹਜ਼ੂਰ ਨੇ ਫਿਰ ਦੋਵਾਂ ਦੀ ਪ੍ਰੀਖਿਆ ਲਈ ਹੈ। ਪ੍ਰੀਖਿਆ ਇਹ ਲਈ ਕਿ ਤੁਸੀਂ ਸਾਰੀ ਦਿਹਾੜੀ ਸੇਵਾ ਕਰਦੇ ਹੋ, ਹੁਣ ਇਹ ਕਰਿਆ ਕਰੋ ਕਿ 5 ਵਜੇ ਤੱਕ ਤੁਸੀਂ ਥੜਾ ਬਣਾਉਣਾ ਹੈ। ਤੇ ਥੜੇ ਦੀ ਮਿਣਤੀ, ਉਚਾਈ, ਸਾਰਾ ਕੁਝ ਜਿਹੜਾ ਸੀ ਮਹਾਰਾਜ ਨੇ ਦੱਸ ਦਿੱਤਾ। ਇੰਨਾ ਚੌੜਾ ਹੋਏ, ਇੰਨਾ ਉੱਚਾ ਹੋਏ, ਤੇ ਇਹ ਤੁਸੀਂ 5 ਵਜੇ ਤੱਕ ਬਣਾਇਆ ਕਰਨਾ ਹੈ। 5 ਵਜੇ ਆਣ ਕੇ ਅਸੀਂ ਚੈੱਕ ਕਰਿਆ ਕਰਾਂਗੇ ਕਿ ਥੜਾ ਕਿਸ ਤਰ੍ਹਾਂ ਦਾ ਬਣਿਆ ਹੈ। ਇਹ ਮਹਾਰਾਜ ਨੇ ਇੱਕ ਹੁਕਮ ਦੀ ਖੇਡ ਸੀ, ਬਚਨ ਦੇ ਵਿੱਚ ਲਿਆਉਣਾ ਸੀ। ਇਹੋ ਜਿਹੀਆਂ ਖੇਡਾਂ ਜਿਹੜੇ ਅਕਾਲ ਪੁਰਖ ਦੇ ਭੇਜੇ ਮਹਾਂਪੁਰਸ਼ ਹੁੰਦੇ, ਉਹ ਕਿਸੇ ਨੂੰ ਬਚਨ ਵਿੱਚ ਤਾਂ ਮਹਾਰਾਜ ਪਹਿਲਾਂ ਹੀ ਚੱਲਦੇ ਸੀ, ਗੁਰੂ ਰਾਮਦਾਸ ਮਹਾਰਾਜ, ਪਰ ਸੰਗਤ ਨੂੰ ਦੱਸਣ ਵਾਸਤੇ ਉਸ ਸਮੇਂ ਫਿਰ ਜਦੋਂ ਥੜੇ ਬਣਾਉਣੇ ਤੇ ਥੜੇ ਬਣਾਉਣੇ ਮਹਾਰਾਜ ਨੇ ਸ਼ਾਮ ਨੂੰ 5 ਵਜੇ ਆ ਜਾਣਾ, ਚੁਬਾਰਾ ਸਾਹਿਬ ਤੋਂ 5 ਵਜੇ ਥੱਲੇ ਉਤਰ ਕੇ ਆਉਣਾ। ਜਦੋਂ ਆਣ ਕੇ ਦੇਖਣਾ ਦੋਵਾਂ ਥੜਿਆਂ ਵੱਲ, ਬਾਬਾ ਰਾਮਾ ਜੀ ਦੇ ਥੜੇ ਵੱਲ ਜਾਣਾ, ਗੁਰੂ ਰਾਮਦਾਸ ਜੀ ਦੇ ਥੜੇ ਵੱਲ ਜਾਣਾ, ਤਾਂ ਇਹ ਦੇਖਣਾ ਹਜ਼ੂਰ ਨੇ ਕਹਿ ਦੇਣਾ ਕਿ ਮੈਨੂੰ ਮੇਰੇ ਮਨਪਸੰਦ ਦਾ ਥੜਾ ਨਹੀਂ ਬਣਿਆ। ਉਸ ਸਮੇਂ ਫਿਰ ਥੜੇ ਢਾਹ ਦੇਣੇ, ਫਿਰ ਦੂਜਾ ਦਿਨ ਚੜ੍ਹਨਾ, ਫਿਰ ਬਣਾਉਣੇ, ਫਿਰ ਬਣਾਉਂਦਿਆਂ ਫਿਰ ਮਹਾਰਾਜ ਨੇ ਬਾਬਾ ਰਾਮਾ ਜੀ ਦੇ ਥੜੇ ਵੱਲ ਵੀ ਜਾਣਾ, ਹਜ਼ੂਰ ਦੇ ਥੜੇ ਵੱਲ ਵੀ, ਫਿਰ ਇਹ ਬਚਨ ਕਰ ਦੇਣਾ ਇੱਥੋਂ ਆਹ ਕਮੀ ਰਹਿ ਗਈ ਹੈ, ਇੱਥੋਂ ਇਸ ਤਰ੍ਹਾਂ ਬਣਨਾ ਸੀ। ਫਿਰ ਥੜਾ ਜਿਹੜਾ ਸੀ ਉਹ ਢਾਹ ਦੇਣਾ। ਤੀਸਰਾ ਦਿਨ ਵੀ ਇਸ ਤਰ੍ਹਾਂ ਹੀ ਚੱਲਦਾ ਰਿਹਾ। ਤੀਸਰੇ ਦਿਨ ਵੀ ਮਹਾਰਾਜ ਨੇ ਬਾਬਾ ਰਾਮਾ ਜੀ ਵੱਲ ਗਏ ਹਨ, ਤਾਂ ਉਹਨਾਂ ਦਾ ਥੜਾ ਉਹਨਾਂ ਨੂੰ ਵੀ ਬੇਨਤੀ ਕੀਤੀ ਕਿ ਅਜੇ ਮੇਰੇ ਮਨਪਸੰਦ ਨਹੀਂ ਹੈ। ਐਸਾ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ 5-6 ਦਿਨ ਲਗਾਤਾਰ ਇਹ ਪ੍ਰਕਿਰਿਆ ਜਿਹੜੀ ਸੀ ਉਹ ਚੱਲਦੀ ਰਹੀ। ਜਦੋਂ 6ਵਾਂ ਦਿਨ ਹੋਇਆ, 7ਵਾਂ ਦਿਨ ਜਦੋਂ ਹੋਇਆ ਹੈ, ਉਦੋਂ ਫਿਰ ਜਦੋਂ ਮਹਾਰਾਜ ਨੇ ਫੇਰ ਬਚਨ ਕੀਤੇ ਹਨ ਕਿ ਮੇਰੇ ਮਨਪਸੰਦ ਦਾ ਥੜਾ, ਜਦੋਂ ਬਾਬੇ ਰਾਮੇ ਦੇ ਕੋਲ ਗਏ ਹਨ, ਜਦੋਂ ਐਸਾ ਉਹਨਾਂ ਨੇ ਬਚਨ ਕਰ ਦਿੱਤਾ ਕਿ ਮਹਾਰਾਜ ਤੁਹਾਡੀ ਅਵਸਥਾ ਜਿਹੜੀ ਹੈ ਉਹ ਬਜ਼ੁਰਗੀ ਦੀ ਹੋ ਗਈ ਹੈ, ਤੁਸੀਂ ਬਹੁਤ ਬਜ਼ੁਰਗ ਹੋ ਚੁੱਕੇ ਹੋ, ਥੜਾ ਤੇ ਮੈਂ ਠੀਕ ਬਣਾਉਣਾ ਹਾਂ, ਪਰ ਆਪ ਜੀ ਨੂੰ ਸਮਝ ਨਹੀਂ ਆ ਰਿਹਾ, ਤੁਸੀਂ ਬਜ਼ੁਰਗ ਹੋ। ਜਦੋਂ ਐਸਾ ਬਚਨ ਕੀਤਾ, ਉਸ ਸਮੇਂ ਜਦੋਂ ਗੁਰੂ ਰਾਮਦਾਸ ਮਹਾਰਾਜ ਦੇ ਕੋਲ ਗਏ, ਦੋਵੇਂ ਹੱਥ ਜੋੜ ਕੇ ਖੜੇ ਹੋ ਗਏ। ਗਰੀਬ ਨਵਾਜ, ਇਹ ਤੇਰੀ ਮੌਜ ਹੈ, ਭਾਵੇਂ ਤੂੰ ਮੈਨੂੰ ਸਾਰੀ ਜ਼ਿੰਦਗੀ ਥੜੇ ਬਣਾਉਣ 'ਤੇ ਹੀ ਲਾ ਲਾ, ਮੈਂ ਸਾਰੀ ਜ਼ਿੰਦਗੀ ਆਪਣੇ ਅਖੀਰਲੇ ਸਵਾਸਾਂ ਤੱਕ ਥੜੇ ਹੀ ਬਣਾਉਂਦਾ ਰਹਾਂਗਾ। ਇਹ ਐਸੇ ਬਚਨ ਜਦੋਂ ਆਪ ਜੀ ਨੇ ਕੀਤੇ ਹੈ, ਮੇਰੀ ਮੱਤ ਥੋੜ੍ਹੀ, ਤੂੰ ਸਮਰੱਥ ਵੱਡਾ, ਕਿ ਤੂੰ ਬਹੁਤ ਵੱਡਾ ਹੈ ਅਕਾਲ ਪੁਰਖ ਵਾਹਿਗੁਰੂ, ਮੇਰੀ ਮੱਤ ਜਿਹੜੀ ਹੈ ਉਹ ਬਹੁਤ ਥੋੜ੍ਹੀ ਹੈ। ਦੋਵੇਂ ਹੱਥ ਜੋੜ ਕੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੇ ਉੱਤੇ ਹੱਥ ਲਾ ਕੇ ਨਿਮਰਤਾ ਦੇ ਨਾਲ ਐਸੀ ਬੇਨਤੀ ਕੀਤੀ ਹੈ। ਉਸ ਸਮੇਂ ਫਿਰ ਹਜ਼ੂਰ ਕਹਿਣ ਲੱਗੇ ਕਿ ਹੇ ਬਾਬਾ ਜੀ ਨੂੰ ਫੇਰ ਵਰ ਦਿੱਤੇ, ਕਹਿੰਦੇ ਤੂੰ ਮੇਰੇ ਹਿਰਦੇ ਵਿੱਚ ਥੜਾ ਬਣਾ ਲਿਆ ਹੈ, ਭਾਵ ਕਿ ਹੁਣ ਤੇਰਾ ਥੜਾ ਜਿਹੜਾ ਹੈ ਉਹ ਸਾਨੂੰ ਪ੍ਰਵਾਨ ਹੋ ਗਿਆ ਹੈ। ਸੋ ਐਸਾ ਬਚਨ ਜਿਹੜਾ ਸੀ ਉਹ ਕੀਤਾ। ਫਿਰ ਹਜ਼ੂਰ ਨੂੰ ਉਹਨਾਂ ਨੇ ਉਸ ਥੜੇ ਦੇ ਉੱਤੇ ਉੱਚੇ ਥਾਂ ਬਿਠਾਲ ਕੇ ਪਹਿਲਾਂ ਬੌੜੀ ਸਾਹਿਬ ਤੋਂ ਇਸ਼ਨਾਨ ਕਰਾਇਆ ਹੈ,
ਬੌੜੀ ਸਾਹਿਬ ਤੋਂ ਇਸ਼ਨਾਨ ਕਰਵਾ ਕੇ ਫਿਰ ਉਸ ਉੱਚੇ ਥੜੇ ਦੇ ਉੱਤੇ ਬਿਠਾਲ ਕੇ 5 ਪੈਸੇ ਨਾਰੀਅਲ ਤੇ ਪਰਿਕਰਮਾ ਕਰਕੇ ਤੇ ਹਜ਼ੂਰ ਪਾਤਸ਼ਾਹ ਨੂੰ ਜਿਹੜਾ ਸੀ ਸਾਰੀ ਸੰਗਤ ਦੇ ਸਾਹਮਣੇ ਮੱਥਾ ਟੇਕ ਦਿੱਤਾ ਕਿ ਅੱਜ ਤੋਂ ਤੁਹਾਡਾ ਗੁਰੂ ਜਿਹੜਾ ਹੈ ਗੁਰੂ ਰਾਮਦਾਸ ਹੋਏਗਾ। ਸਾਰਿਆਂ ਨੇ ਇਹਨਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਣਾ। ਰਾਮ ਕਲੀਸਾ ਦੇ ਵਿੱਚ ਸਾਰੇ ਬਚਨ ਆਉਂਦੇ ਨੇ ਕਿ ਕਿਸ ਤਰ੍ਹਾਂ ਸਾਰਾ ਪਰਿਵਾਰ ਆਪਣਾ ਸੱਦ ਕੇ ਆਪਣੇ ਪੁੱਤਰਾਂ ਨੂੰ ਹਦਾਇਤਾਂ ਦਿੱਤੀਆਂ, ਮੋਹਣੀ ਨੂੰ ਮੋਹ ਤੇ ਮੋਹਨ ਨੂੰ, ਕਿ ਤੁਹਾਡਾ ਗੁਰੂ ਜਿਹੜਾ ਹੈ ਗੁਰੂ ਰਾਮਦਾਸ ਹੋਏਗਾ। ਸਾਰੇ ਸਰੀਕੇ ਵਾਲਿਆਂ ਨੂੰ, ਆਪਣੇ ਜਿਹੜੇ ਦੂਜੇ ਛੋਟੇ 3 ਭਰਾ ਸੀ ਉਹਨਾਂ ਦੇ ਗਾੜੀ ਪੋਤਰੇ ਭਤੀਜੇ ਜਿੰਨੇ ਵੀ ਸਨ ਸਾਰਿਆਂ ਨੂੰ ਸੱਦ ਕੇ ਇਹ ਹਦਾਇਤ ਦੇ ਦਿੱਤੀ ਕਿ ਮੇਰੇ ਵਿੱਚ ਤੇ ਇਹਦੇ ਵਿੱਚ ਕੋਈ ਫਰਕ ਨਹੀਂ ਹੈ। ਸੋ ਆਪ ਜੀ ਨੇ ਗੁਰੂ ਮਹਾਰਾਜ ਫਿਰ ਉਸ ਤੋਂ ਬਾਅਦ ਇਹ ਵੀ ਬਚਨ ਕੀਤਾ ਕਿ ਹੁਣ ਤੂੰ ਪੁਰਖਾ ਜਿਹੜਾ ਹੈ ਆਪਣਾ ਨਗਰ ਜਿੱਥੇ ਅੱਜ ਅੰਮ੍ਰਿਤਸਰ ਹੈ ਉਸ ਧਰਤੀ ਦੇ ਉੱਤੇ ਜਾ ਕੇ ਵਿਛਾ। ਇੱਥੇ ਫਿਰ 4 ਪਿੰਡਾਂ ਦੀ ਧਰਤੀ ਸੀ। ਗੁਰੂ ਜੀ ਇਸ ਸਥਾਨ ਤੇ ਆਏ, 4 ਪਿੰਡਾਂ ਦੀ ਧਰਤੀ ਨੂੰ ਇਕੱਠੇ ਕਰਕੇ ਤੇ ਬਚਨ ਕੀਤਾ ਕਿ ਇਸ ਦਾ ਨਾਮ ਜਿਹੜਾ ਹੈ ਗੁਰੂ ਕਾ ਚੱਕ ਰੱਖ ਦਿਓ। ਫਿਰ ਇਸ ਦਾ ਨਾਮ ਇਹ ਰੱਖਿਆ ਗਿਆ। ਸਮਾਂ ਤੇ ਫਿਰ ਜਦੋਂ ਇੱਥੇ ਸਰੋਵਰ ਬਣਿਆ ਹੈ, ਅੰਮ੍ਰਿਤ ਸਰੋਵਰ ਦੀ ਪਟਾਈ ਕਰਵਾਈ ਗਈ, ਫਿਰ ਇਸ ਦਾ ਨਾਮ ਅੰਮ੍ਰਿਤਸਰ ਸਿਫਤੀ ਦਾ ਘਰ ਇਹ ਰੱਖਿਆ ਗਿਆ। ਇਹ ਬਚਨ ਤੀਸਰੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ ਸੀ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਮਹੱਲਾ ਤੀਜਾ ਅੰਮ੍ਰਿਤਸਰ ਸਿਫਤੀ ਦਾ ਘਰ, ਕਿ ਇਹ ਜਿਹੜਾ ਘਰ ਹੈ ਇੱਥੇ ਪ੍ਰਮਾਤਮਾ ਦੀ ਸਿਫਤ ਸਲਾਹ ਜਿਹੜੀ ਹੈ ਉਹ ਹੋਇਆ ਕਰੇਗੀ। ਫਿਰ ਮਹਾਰਾਜ ਨੇ ਇਸ ਸਥਾਨ ਦੇ ਉੱਤੇ ਰਹਿ ਕੇ ਆਪਣੇ ਅਖੀਰਲੇ ਜੀਵਨ ਤੱਕ ਇੱਥੇ ਹੀ ਜੋ ਹੈ ਸੇਵਾ ਕੀਤੀ ਹੈ। ਆਪ ਜੀ ਦੇ 3 ਸਾਹਿਬਜ਼ਾਦੇ ਵੀ ਸਨ, ਗੁਰੂ ਅਰਜਨ ਦੇਵ ਮਹਾਰਾਜ, ਬਾਬਾ ਮਹਾਦੇਵ ਤੇ ਬਾਬਾ ਪ੍ਰਿਥੀ ਚੰਦ ਜੀ ਮਹਾਰਾਜ। ਸੋ ਇਸ ਪ੍ਰਕਾਰ ਮਹਾਰਾਜ ਇਸ ਸਥਾਨ ਤੇ ਫਿਰ ਸੰਗਤਾਂ ਨੂੰ ਕਾਫੀ ਸਮਾਂ ਤਾਰਦੇ ਰਹੇ। ਇੱਥੇ ਹੀ ਆਪ ਜੀ ਨੇ ਬਾਣੀ ਉਚਾਰਨ ਕੀਤੀ ਹੈ, ਜਿਹੜੀ ਬਾਣੀ ਗੁਰੂ ਰਾਮਦਾਸ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਉਸ ਦੇ ਵਿੱਚ ਆਪ ਜੀ ਭਾਵੇਂ ਬਚਪਨ ਤੋਂ ਆਪ ਜੀ ਪੜ੍ਹੇ ਲਿਖੇ ਨਹੀਂ ਸੀ, ਕਿਉਂਕਿ ਬਚਪਨ ਤੋਂ ਪੜ੍ਹਾਉਣਾ ਕਿੰਨੇ ਸੀ, ਮਾਤਾ ਪਿਤਾ ਬਚਪਨ 'ਚ ਚਲੇ ਗਏ। ਫਿਰ ਘਰ ਦੇ ਵਿੱਚ ਵੀ ਆਰਥਿਕ ਹਾਲਤ ਨਹੀਂ ਸਨ ਉਦੋਂ ਠੀਕ, ਸਮੇਂ ਦੀ ਐਸੀ ਖੇਡ ਸੀ। ਸੋ ਪਰ ਬਚਪਨ ਤੋਂ ਕਿਤੇ ਵੀ ਸਕੂਲੇ ਨਹੀਂ ਗਏ। ਫਿਰ ਹਜ਼ੂਰ ਦੀ ਸੇਵਾ ਵਿੱਚ ਆਣ ਕੇ ਇੱਥੇ ਲੱਗ ਗਏ ਹਨ ਗੋਂਦਵਾਲ ਸਾਹਿਬ। ਤੇ ਜਦੋਂ ਇਸ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ, ਉਹ ਸਾਰੀ ਵਿੱਦਿਆ ਦਾ ਗਿਆਨ, ਬ੍ਰਹਮ ਲੋਕ ਦੀ ਵਿੱਦਿਆ ਦਾ ਗਿਆਨ, ਖੰਡਾਂ ਬ੍ਰਹਮੰਡਾਂ ਦੀ ਸੋਝੀ, ਇਹ ਸਾਰਾ ਜੋ ਗਿਆਨ ਉਹ ਅੰਦਰੋਂ ਹੀ ਜਿਹੜਾ ਸੀ ਉਹ ਫੁਰ ਆਇਆ। ਤੇ ਮਹਾਰਾਜ ਨੇ ਫਿਰ 30 ਰਾਗਾਂ ਦੇ ਵਿੱਚ ਜੋ ਸੀ ਗੁਰਬਾਣੀ ਉਚਾਰਨ ਕੀਤੀ ਹੈ। 30 ਰਾਗਾਂ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਦੀ ਗੁਰਬਾਣੀ ਹੈ, ਜਿਸ ਦੇ ਵਿੱਚ ਬਹੁਤ ਹੀ ਵੱਡੀ ਸਾਨੂੰ ਸਿੱਖਿਆ ਜਿਹੜੀ ਹੈ ਉਹ ਦਿੱਤੀ ਗਈ ਹੈ। ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛ ਕਹੀ ਨਾ ਜਾਈ, ਸੋਢੀ ਸ੍ਰੇਸ਼ਟ ਸਕਲ ਤਾਰਨ ਕੋ, ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਕਿ ਸਾਰੀ ਸ੍ਰਿਸ਼ਟੀ ਦਾ ਉਧਾਰ ਕਰਨ ਵਾਸਤੇ ਹਜ਼ੂਰ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਜਿਹੜੀ ਸੀ ਉਹ ਵਡਿਆਈ ਬਖਸ਼ਿਸ਼ ਕੀਤੀ। ਅੱਜ ਸਾਰਾ ਸੰਸਾਰ, ਸਾਰਾ ਵਰਲਡ, ਭਾਵੇਂ ਦੂਜੇ ਧਰਮਾਂ ਦੇ ਲੋਕ ਵੀ ਹਨ, ਜਿੰਨੀ ਸੰਗਤ ਹਜ਼ੂਰ ਦੇ ਦਰਬਾਰ ਵਿੱਚ ਆਉਂਦੀ ਹੈ, ਉਹ ਇਸ ਧਰਤੀ ਦੇ ਉੱਤੇ ਕੋਈ ਵੀ ਐਸਾ ਤੀਰਥ ਨਹੀਂ ਜਿੱਥੇ ਜਾਵੇ। ਸੋ ਸਤਿਗੁਰ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਬਹੁਤ ਹੀ ਵੱਡੀ ਨਿਮਰਤਾ ਦੇ ਮਾਲਕ ਸਨ। ਉਹਨਾਂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਮਹਾਰਾਜ ਇੱਕ ਨਿਮਰਤਾ ਦਾ ਕਿਣਕਾ, ਆਪਣੀ ਭਗਤੀ ਦਾ, ਸਿਮਰਨ ਦਾ ਕਿਣਕਾ ਸਾਡੇ ਹਿਰਦੇ ਵਿੱਚ ਵਸਾ ਦਿਓ। ਤੁਹਾਡੇ ਚਰਨਾਂ ਵਿੱਚ ਇਹ ਬੇਨਤੀ ਹੈ। ਸੋ ਇੰਨੀ ਆਪ ਜੀ ਨੇ ਹਾਜ਼ਰੀ ਪ੍ਰਵਾਨ ਕਰਨੀ। 2 ਮਿੰਟ ਆਪ ਜੀ ਨੇ ਹੁਣ ਸਿਮਰਨ ਕਰਨਾ ਹੈ। ਉਸ ਤੋਂ ਬਾਅਦ ਫਿਰ
ਦੇਗ ਵਰਤੇਗੀ। ਸਾਰੇ ਜਾਣੇ ਸਾਵਧਾਨ ਹੋ ਕੇ ਜਪੋ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ।